ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਵਿਨਾਸਸੀ, ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੈ ਨ ਦੇਨੀ ਭੇਤ। ਛੜ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੀ, ਸਿਆਉ ਹੋਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸ਼ਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਸਤਸੰਗੀ ਜਨੋ, ਭਾਦਰੋਂ ਦਾ ਮਹੀਨਾ ਚੜਿਆ ਹੈ, ਜੋ ਉਪਦੇਸ਼ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਕੀਤਾ ਹੈ, ਉਹਦੀ ਵਿਚਾਰ ਕਰਨੀ ਹੈ। ਤੇ ਗੁਰੂ ਸਾਹਿਬ ਆਪ ਕਿਰਪਾ ਕਰਨ, ਆਪ ਵਿੱਚ ਵਰਤ ਕੇ ਆਪਣੇ ਮੌਲਿਕ ਬਚਨਾਂ ਦੀ ਵਿਚਾਰ ਕਰਵਾ ਲੈਣ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਵੋ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦੋਂ ਮਹੀਨੇ ਦਾ ਉਪਦੇਸ਼ ਔਰ ਇਸ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ, ਬੜਾ ਵਿਗਿਆਨਿਕ ਹੈ। ਭਾਦੋਏ, ਦੋ ਭਾ। ਇਸ ਮਹੀਨੇ ਦੇ ਵਿੱਚ ਦੋ ਤਰ੍ਹਾਂ ਦਾ ਮੌਸਮ ਹੁੰਦਾ ਹੈ। ਇੱਕ ਖਿੰਨ ਦੇ ਵਿੱਚ ਵਰਖਾ ਤੇ ਖਿੰਨ ਦੇ ਵਿੱਚ ਧੁੱਪ। ਕਦੇ ਠੰਡ ਹੋ ਜਾਣੀ ਤੇ ਕਦੇ ਗਰਮੀ ਪੈ ਜਾਣੀ, ਕਦੇ ਜ਼ੋਰ ਦਾ ਵੱਟ ਪੈ ਜਾਣਾ, ਕਦੇ ਠੰਡੀ ਹਵਾ ਚੱਲ ਪੈਣੀ। ਇੱਕੋ ਮਹੀਨੇ ਦੇ ਵਿੱਚ ਦੋ ਤਰ੍ਹਾਂ ਦੇ ਭਾਅ, ਕਦੇ ਬਹੁਤ ਕਰੜੀ ਧੁੱਪ, ਕਦੇ ਠੰਡੀ ਬੁਹਾਰ, ਫਿਰ ਕਦੀ ਵੱਟ ਪੈ ਜਾਣਾ, ਕਦੇ ਠੰਡੀ ਹਵਾ ਚੱਲ ਪੈਣੀ। ਇਹ ਦੋ ਵਿਪਰੀਤ ਅਵਸਥਾਵਾਂ ਭਾਦੋਂ ਦੇ ਮਹੀਨੇ ਵਿੱਚ ਵਾਪਰਦੀਆਂ ਨੇ। ਇਸ ਕਰਕੇ ਇਸ ਮਹੀਨੇ ਦਾ ਨਾਮ ਰੱਖਿਆ ਗਿਆ ਹੈ ਭਾਦੋਏ। ਭਾਦੋਂ ਮਹੀਨੇ ਦਾ ਉਪਦੇਸ਼ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਪੇ ਕਰਦੇ ਨੇ, ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੀ। ਭਾਦੋਂ ਮਹੀਨੇ ਦਾ ਉਪਦੇਸ਼ ਜੀਵ ਇਸਤਰੀ ਭਰਮ ਦੇ ਵਿੱਚ ਹੈ, ਭੁਲੇਖੇ ਵਿੱਚ ਹੈ, ਭਟਕਣਾ ਵਿੱਚ ਹੈ। ਉਹਦਾ ਪਰਮਾਤਮਾ ਨਾਲ ਵੀ ਹਿੱਤ ਹੈ ਤੇ ਦੂਜੇ ਪਾਸੇ ਹੋਰ ਨਾਲ ਵੀ ਹਿੱਤ ਹੈ।
ਵਿਪਰੀਤ ਦਿਸ਼ਾ ਵਿੱਚ ਵੀ ਉਸ ਦੀਆਂ ਮਾਨਸਿਕ ਬਿਰਤੀਆਂ ਜਾ ਰਹੀਆਂ ਹਨ। ਦੋ ਪਾਸੇ ਦੇ ਖਿੱਚ, ਦੋ ਪਾਸੇ ਦੀ ਭਾਵਨਾ, ਖਿਣ ਵਿੱਚ ਸ਼ਾਂਤਮਈ ਹੋ ਜਾਣਾ, ਖਿਣ ਵਿੱਚ ਕ੍ਰੋਧੀ। ਅਕਸਰ ਦੇਖਣ ਦੇ ਵਿੱਚ ਆਇਆ ਹੈ, ਬਹੁਤ ਮਨੁੱਖ ਤਾਂ ਭਾਦਰੋਂ ਦਾ ਮਹੀਨਾ ਬਣ ਕੇ ਰਹਿ ਜਾਂਦੇ, ਕਦੇ ਸ਼ਾਂਤਮਈ ਤੇ ਕਦੇ ਕ੍ਰੋਧੀ, ਕਦੇ ਬੜੇ ਦਇਆਵਾਨ, ਕਦੇ ਬੜੇ ਕਠੋਰ, ਕਦੇ ਬੜੇ ਮਿਲਣਸਾਰ ਦਿਖਾਈ ਦਿੰਦੇ ਨੇ ਤੇ ਕਦੇ ਬੜੀ ਘਿਰਣਾ ਤੇ ਨਫ਼ਰਤ ਨਾਲ ਭਰੇ ਨਜ਼ਰ ਆਉਂਦੇ। ਦੋ ਤਰ੍ਹਾਂ ਦੇ ਭਾਵ ਜਿਸ ਮਨੁੱਖ ਦੇ ਅੰਦਰ ਹੋਣ, ਇਹ ਦੋ ਅਵਸਥਾਵਾਂ ਜਿਸ ਮਨੁੱਖ ਦੇ ਅੰਦਰ ਬਣੀਆਂ ਰਹਿਣ, ਉਹ ਤੇ ਇਸ ਤਰ੍ਹਾਂ ਹੈ ਜਿਵੇਂ ਭਾਦਰੋਂ ਦਾ ਮਹੀਨਾ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਭਰਮ ਪੈਦਾ ਹੋ ਗਿਆ ਹੈ। ਭਾਵ ਜੋ ਸਮਝੀਏ ਉਹ ਹੋਵੇ ਨਾ, ਉਸ ਨੂੰ ਕਹਿੰਦੇ ਨੇ ਭਰਮ। ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰਬਾਣੀ ਦੇ ਵਿੱਚ, ਮਾਧਵੇ ਕਿਹਾ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜੈਸਾ ਮੰਨੀਏ ਉਹ ਹੋਵੇ ਨਾ, ਉਸ ਨੂੰ ਕਹਿੰਦੇ ਨੇ ਭਰਮ। ਜਿਵੇਂ ਹਨੇਰੇ ਦੇ ਵਿੱਚ ਪਈ ਰੱਸੀ ਸੱਪ ਜਾਪਦੀ ਹੈ, ਸੱਪ ਨਜ਼ਰ ਆਉਂਦੀ ਹੈ, ਪਰ ਅਸਲ ਦੇ ਵਿੱਚ ਸੱਪ ਹੈ ਨਹੀਂ, ਭਰਮ ਹੈ, ਭੁਲੇਖਾ ਹੈ। ਜਗਤ ਵਿੱਚ ਜਿਨ੍ਹਾਂ ਪਦਾਰਥਾਂ ਨੂੰ ਜੀਵ ਨੇ ਸੁੱਖ ਸਮਝ ਲਿਆ, ਜਿਨ੍ਹਾਂ ਪਦਾਰਥਾਂ ਵਿੱਚ ਜੀਵ ਨੂੰ ਰਸ ਦਿਖਾਈ ਦਿੰਦਾ ਹੈ, ਉਹ ਅਸਲ ਵਿੱਚ ਸੁੱਖ ਹੈ ਨਹੀਂ, ਭਰਮ ਹੈ। ਸੁੱਖ ਤਾਂ ਕੇਵਲ ਸਿਮਰਨ ਦੇ ਵਿੱਚ ਹੈ, ਪਰਮਾਤਮਾ ਦੇ ਨਾਮ ਦੇ ਵਿੱਚ। ਪਦਾਰਥ ਤਾਂ ਕੇਵਲ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਸੁੱਖ ਨਹੀਂ ਦੇ ਸਕਦੇ, ਆਨੰਦ ਨਹੀਂ ਦੇ ਸਕਦੇ। ਲੋੜਾਂ ਦਾ ਪੂਰਾ ਹੋ ਜਾਣਾ ਹੋਰ ਗੱਲ ਹੈ, ਸੁੱਖ ਤੇ ਆਨੰਦਿਤ ਹੋ ਜਾਣਾ ਇਹ ਅਵਸਥਾ ਹੋਰ ਹੈ। ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਕਿ ਭਰਮ ਪੈਦਾ ਹੋ ਗਿਆ ਹੈ, ਤੇ ਭਰਮ ਦੇ ਵਿੱਚ ਠੋਕਰਾਂ ਨੇ। ਦੂਜੇ ਪਾਸੇ ਦੀ ਭਾਵਨਾ ਜਿਹੜੀ ਹੈ, ਦੂਜੇ ਪਾਸੇ ਜਿਹੜੀ ਖਿੱਚ ਹੈ, ਉਹਦੇ ਵਿੱਚ ਠੋਕਰਾਂ ਹੀ ਠੋਕਰਾਂ ਨੇ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀ। ਜੀਵ ਨੇ ਲੱਖਾਂ ਤਰ੍ਹਾਂ ਦੇ ਧਾਰਮਿਕ ਡੰਬਰ ਕੀਤੇ ਨੇ, ਵਰਤ ਰੱਖਿਆ, ਪੁੰਨਿਆ ਤੇ ਮੱਸਿਆ ਮਨਾਈ ਹੈ, ਤੀਰਥਾਂ ਦੀ ਯਾਤਰਾ ਕੀਤੀ, ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਪਰ ਅੰਦਰ ਭਰਮ ਹੈ, ਅੰਦਰ ਦੋ ਭਾਵ ਨੇ। ਮਿਲਾਪ ਦਾ ਜੋ ਕੰਮ ਹੈ ਉਹ ਸਿਰੇ ਨਹੀਂ ਚੜ ਰਿਹਾ, ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ। ਸਾਰੇ ਦਾ ਸਾਰਾ ਕੀਤਾ ਹੋਇਆ ਜਿਹੜਾ ਸਿੰਗਾਰ ਹੈ ਵਿਅਰਥ ਹੈ। ਮਾੜ ਗੁੰਦਾਈ ਪੱਟੀਆਂ ਭਰੀਐ ਮੰਗ ਸੰਧੂਰੇ, ਅੱਗੇ ਗਈ ਨਾ ਮੰਨਿਆ ਮੋਰੋਂ ਵਿਸੂਰ ਵਿਸੂਰੇ। ਚੂੜਾ ਪਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀ ਮੁੰਦੇ, ਸਹੁਰਾ ਤੋ ਅਵਰਾਹਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਜੋ ਚੂੜਾ ਤੂੰ ਪਹਿਨਿਆ ਇਸ ਨੂੰ ਪਾਵੇ ਨਾਲ ਹੀ ਤੋੜਦੀ। ਪਰ ਕਿਉਂ? ਕਿਉਂਕਿ ਤੇਰੀਆਂ ਇਹਨਾਂ ਬਾਹਾਂ ਨੂੰ ਪਤੀ ਦਾ ਕੰਠ ਕਦੇ ਨਸੀਬ ਨਹੀਂ ਹੋਇਆ। ਜਿਨ੍ਹਾਂ ਬਾਹਾਂ ਨੂੰ ਕਦੀ ਪਤੀ ਦਾ ਕੰਠ ਨਸੀਬ ਨਹੀਂ ਹੋਇਆ, ਜੋ ਬਾਹਾਂ ਕਦੇ ਪਤੀ ਦੇ ਗਲ ਦਾ ਹਾਰ ਨਹੀਂ ਬਣੀਆਂ, ਤੋੜਦੇ ਇਸ ਚੂੜੇ ਨੂੰ, ਤੋੜਦੇ ਇਹਨਾਂ ਬਾਹਾਂ। ਸਿੰਗਾਰ ਤੇ ਉਹੀ ਮਹਾਨ ਹੈ ਜੋ ਪਿਆਰਾ ਲੱਗੇ, ਪ੍ਰਵਾਨ ਹੋ ਜਾਵੇ, ਨਹੀਂ ਤੇ ਸਿੰਗਾਰ ਵਿਅਰਥ ਚਲਾ ਜਾਂਦਾ ਹੈ। ਸਤਿਗੁਰੂ ਇੱਥੇ ਫਰਮਾਨ ਪੇ ਕਰਦੇ ਨੇ ਕਿ ਜੀਵ ਨੇ ਬੜਾ ਹੀ ਧਾਰਮਿਕ ਸ਼ਿੰਗਾਰ ਕੀਤਾ, ਬੜੇ ਕਰਮ ਕਾਂਡ ਕੀਤੇ, ਪਰ ਕੰਮ ਸਿਰੇ ਨਹੀਂ ਚੜਿਆ। ਜੇ ਪਰਮਾਤਮਾ ਦਾ ਮਿਲਾਪ ਨਹੀਂ ਹੋਇਆ ਤਾਂ ਸਿੰਗਾਰ ਵਿਅਰਥ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਤ ਦਿਨ ਦੇਹ ਬਿਨਾਸੀ ਤਿਤ ਵੇਲੇ ਕਹਿਸਨ ਪ੍ਰੀਤ। ਇਸ ਸੋਹਣੀ ਦੇਹੀ ਨੂੰ ਜੀਵ ਹਰ ਰੋਜ਼ ਸਿੰਗਾਰਿਆ ਹੈ, ਇਸ ਦੇਹੀ ਨੂੰ ਬੜਾ ਪਿਆਰ ਕੀਤਾ ਹੈ, ਬੜੀ ਹਿਫਾਜ਼ਤ ਦੇ ਨਾਲ ਰੱਖਿਆ ਹੈ, ਔਰ ਬੜਿਆਂ ਦੇ ਨਾਲ ਸੰਬੰਧ ਜੋੜਿਆ, ਔਰ ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਨੇ।
ਪਰ ਜਿਸ ਦਿਨ ਇਸ ਦੇਹ ਦੇ ਅੰਦਰੋਂ ਪ੍ਰਾਣ ਪੰਖੇਰੂ ਉੱਡ ਗਏ, ਇਹ ਸੰਬੰਧੀ ਤੈਨੂੰ ਪ੍ਰੇਤ ਕਹਿਣਗੇ, ਤੈਨੂੰ ਘਰੋਂ ਬਾਹਰ ਕੱਢ ਦੇਣਗੇ। ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਅੱਗੇ ਬਖਸ਼ਿਸ਼ ਕਰਦੇ ਨੇ ਸਾਹਿਬ, ਪਕੜ ਚਲਾਇਆ ਨੇ ਦੂਤ ਜਮ, ਕਿਸੇ ਨੇ ਦੇਣੀ ਭੇਤ। ਕਿਸੇ ਨੂੰ ਕੁਝ ਨਹੀਂ ਪਤਾ ਕਿ ਜਮਦੂਤ ਨੂੰ ਕਿੱਥੇ ਲੈ ਜਾਣਗੇ। ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ। ਤੇ ਜਿੰਨੇ ਤੇਰੇ ਸੰਬੰਧੀ ਸਨ, ਤੇਰੇ ਯਾਰ ਦੋਸਤ ਮਿੱਤਰ ਭੈਣ ਭਾਈ ਸਨ, ਇਹ ਖਿੰਦ ਦੇ ਵਿੱਚ ਪਰਾਏ ਹੋ ਜਾਣਗੇ ਤੇ ਕਿਸੇ ਨੂੰ ਪਤਾ ਹੀ ਨਹੀਂ ਜਮਦੂਤ ਨੂੰ ਕਿੱਥੇ ਲੈ ਗਏ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੀ। ਜਿਨ੍ਹਾਂ ਦੇ ਨਾਲ ਤੇਰਾ ਸਾਰੀ ਉਮਰ ਪਿਆਰ ਬਣਿਆ ਰਿਹਾ, ਇੱਕ ਪਲ ਦੇ ਵਿੱਚ ਸਾਥ ਛੱਡ ਬੈਠਦੇ। ਜਿਹੜਾ ਸਾਥ ਹੈ ਸਿਰਫ ਮਰਕਟ ਤੱਕ ਹੈ, ਅੱਗੇ ਹੰਸ ਨੇ ਇਕੱਲੇ ਜਾਣਾ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਹੱਥ ਮਰੋੜਿਆ ਤਨ ਕਪੇ ਸਿਆਹ ਹੋਆ ਸੀ। ਆਖਰੀ ਪ੍ਰਾਣ ਜਦ ਨਿਕਲਦੇ ਨੇ, ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਆਖਰੀ ਪ੍ਰਾਣ ਨਾਭੀ ਦੇ ਵਿੱਚ ਹੁੰਦਾ, ਜਿਸ ਨੂੰ ਧੁਨੀ ਵੀ ਕਹਿੰਦੇ ਨੇ। ਦਰ ਅਸਲ ਧੁਨ ਇੱਥੋਂ ਹੀ ਪੈਦਾ ਹੁੰਦੀ ਹੈ, ਆਵਾਜ਼ ਇੱਥੋਂ ਹੀ ਨਿਕਲਦੀ ਹੈ। ਜਿਹੜੀ ਆਵਾਜ਼ ਨਾਭੀ ਤੋਂ ਉੱਠਦੀ ਹੈ, ਇਸ ਨੂੰ ਕਹਿੰਦੇ ਨੇ ਪਰਾਬਾਣੀ। ਤੇ ਜਦ ਇਹ ਆਵਾਜ਼ ਹਿਰਦੇ ਤੱਕ ਪਹੁੰਚਦੀ ਹੈ, ਇਸ ਨੂੰ ਕਹਿੰਦੇ ਨੇ ਬਸੰਤੀ। ਜਦੋਂ ਕੰਠ ਤੱਕ ਪਹੁੰਚਦੀ ਹੈ, ਇਸ ਨੂੰ ਕਹਿੰਦੇ ਨੇ ਮਧਮਾ। ਤੇ ਜਦੋਂ ਰਸਨਾ ਬਿਆਨ ਕਰਦੀ ਹੈ ਤਾਂ ਇਸ ਨੂੰ ਕਹਿੰਦੇ ਨੇ ਬੈਖ। ਜਿਤਨੀ ਵੀ ਆਵਾਜ਼ ਆਉਂਦੀ ਹੈ, ਸਭ ਨਾਭੀ ਤੋਂ ਉੱਠਦੀ ਹੈ। ਤੇ ਪੂਰੀ ਨਾਭੀ ਦੋ ਤਰੀਕਿਆਂ ਦੇ ਨਾਲ ਖੁੱਲਦੀ ਹੈ, ਦੋ ਅਵਸਥਾਵਾਂ ਵਿੱਚ ਖੁੱਲਦੀ ਹੈ। ਇੱਕ ਤਾਂ ਉਦੋਂ ਖੁੱਲਦੀ ਹੈ ਜਦੋਂ ਤਨ ਦੀ ਮੌਤ ਹੋ ਜਾਵੇ, ਤੇ ਦੂਜੀ ਉਦੋਂ ਖੁੱਲਦੀ ਹੈ ਜਦੋਂ ਉਸ ਮਾਲਕ ਦਾ ਸਿਮਰਨ ਆਪਣੀ ਚਰਮ ਸੀਮਾ ਤੇ ਪਹੁੰਚਦਾ ਹੈ। ਜਦੋਂ ਅੱਠੇ ਪੈਰ ਹਿਰਦੇ ਦੇ ਵਿੱਚ ਸਿਮਰਨ ਚੱਲ ਪਵੇ, ਉਦੋਂ ਵੀ ਨਾਭੀ ਖੁੱਲਦੀ ਹੈ। ਜਦੋਂ ਆਖਰੀ ਪ੍ਰਾਣ ਨਿਕਲਦੇ ਨੇ, ਉਦੋਂ ਨਾਭੀ ਖੁੱਲਦੀ ਹੈ ਤੇ ਆਖਰੀ ਪ੍ਰਾਣ ਨਾਭੀ ਵਿੱਚ ਹੁੰਦਾ ਹੈ। ਇਸ ਦਾ ਜ਼ਿਕਰ ਬਾਣੀ ਵਿੱਚ ਵੀ ਹੈ, ਆਜ ਕਾਲ ਖੁੱਲੇ ਤੇਰੀ ਗੰਠ ਦੀ। ਤੇ ਜਿਸ ਵਕਤ ਆਖਰ ਵਿੱਚ ਇਹ ਨਾਭੀ ਖੁੱਲਦੀ ਹੈ, ਬੰਦੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਨੇ, ਤਨ ਵਿੱਚ ਕਾਂਬਾ ਛਿੜ ਜਾਂਦਾ ਹੈ, ਦੰਦ ਵੱਜਣ ਲੱਗ ਜਾਂਦੇ ਨੇ। ਜਦ ਇਹ ਹਾਲਤ ਹੋਵੇ ਤਾਂ ਸਮਝੋ ਜਾਂ ਤਾਂ ਤਨ ਦੀ ਮੌਤ ਹੈ ਜਾਂ ਮਨ ਦੀ ਮੌਤ ਹੋ ਰਹੀ ਹੈ, ਕਿਉਂਕਿ ਉਦੋਂ ਨਾਭੀ ਖੁੱਲ ਰਹੀ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਹੱਥ ਮਰੋੜਿਆ ਤਨ ਕਪੇ ਸਿਆਹ ਹੋਆ ਸੀ। ਆਖਰ ਵਿੱਚ ਜਦੋਂ ਇਹ ਗੰਢ ਖੁੱਲਦੀ ਹੈ, ਹੱਥ ਮੁੜਨ ਲੱਗ ਪੈਂਦੇ ਨੇ, ਤਨ ਸਿਆਹ ਹੋ ਕੇ ਫਿਰ ਚਿੱਟੇ ਰੰਗ ਦਾ ਹੋ ਜਾਂਦਾ ਹੈ, ਖੂਨ ਪਾਣੀ ਬਣ ਜਾਂਦਾ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਜੇ ਹਾਂ ਬੀਜੇ ਸੋ ਲੁਣੈ ਕਰਮਾ ਸੰਦੜਾ ਕੇ। ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ। ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ, ਉਹੀ ਫਸਲ ਵੱਢਦਾ ਹੈ। ਜਿੱਦਾਂ ਦੇ ਕਰਮ ਕਰਦਾ ਹੈ, ਉਦਾਂ ਦਾ ਹੀ ਫਲ ਨੂੰ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਇਸ ਸਰੀਰ ਰੂਪੀ ਖੇਤ ਦੇ ਵਿੱਚ ਜੀਵ ਨੇ ਜੋ ਕੁਝ ਵੀ ਬੀਜਿਆ, ਉਹਦਾ ਹੀ ਫਲ ਨੂੰ ਨਸੀਬ ਹੁੰਦਾ। ਅੱਗੇ ਸੇ ਬਖਸ਼ਿਸ਼ ਕਰਦੇ ਨੇ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਦੋਂ ਮਹੀਨੇ ਦਾ ਉਪਦੇਸ਼ ਕਰਦਿਆਂ ਫਰਮਾਨ ਕਰਦੇ ਨੇ ਕਿ ਇਹ ਜੀਵ ਅਰਦਾਸ ਕਰ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ, ਮੈਂ ਸ਼ਰਨਾਗਤ ਹਾਂ, ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮਿਹਰ ਕਰ, ਬਖਸ਼ਿਸ਼ ਕਰ, ਰਹਿਮਤ ਕਰ, ਆਪਣੇ ਗੁਣਾਂ ਦਾ ਜਹਾਜ਼ ਦੇ, ਤਾਂ ਜੋ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ, ਇਸ ਸੰਸਾਰ ਤੋਂ ਮੇਰਾ ਪਾਰ ਉਤਾਰਾ ਹੋ ਜਾਵੇ। ਅੱਗੇ ਸੇ ਬਖਸ਼ਿਸ਼ ਕਰਦੇ ਨੇ, ਸੇ ਭਾਦੋ ਨਰਕ ਨਾ ਪਾਈਐ,
ਗੁਰ ਰੱਖਣ ਵਾਲਾ ਹੀ, ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਰਖਵਾਲਾ ਹੋਵੇ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ, ਜਿਨ੍ਹਾਂ ਦੀ ਸਾਂਝ ਪਰਮਾਤਮਾ ਦੇ ਨਾਲ ਬਣੀ ਹੋਵੇ, ਭਾਦਰੋਂ ਮਹੀਨੇ ਦਾ ਉਪਦੇਸ਼, ਉਹ ਨਰਕਾਂ ਵਿੱਚ ਨਹੀਂ ਜਾਂਦੇ। ਉਹ ਕਦੇ ਦੁਖੀ ਨਹੀਂ ਹੁੰਦੇ, ਕਦੇ ਪੀੜਤ ਨਹੀਂ ਹੁੰਦੇ, ਕਿਉਂਕਿ ਜਿਹੜਾ ਦੁੱਖ ਹੈ ਉਦੋਂ ਹੀ ਮਿਲਦਾ ਜਦੋਂ ਪਰਮਾਤਮਾ ਵਿਸਰ ਜਾਵੇ। ਤੇ ਜਿਨ੍ਹਾਂ ਨੂੰ ਪਰਮਾਤਮਾ ਯਾਦ ਹੈ, ਜਿਨ੍ਹਾਂ ਦੀ ਸਾਂਝ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਬਣੀ ਹੋਈ ਹੈ, ਉਹਨਾਂ ਦਾ ਸਾਰਾ ਮਹੀਨਾ ਆਨੰਦ ਤੇ ਸੁਖਮਈ ਬਤੀਤ ਹੁੰਦਾ ਹੈ। ਉਹ ਸਦਾ ਆਨੰਦ ਮਾਣਦੇ।